हाँ जी दोस्तों, ਵੈਲਕਮ ਬੈਕ ਟੂ ਸਿੰਘ ਵਲੌਗਸ। ਅੱਜ ਦੀ ਨਿਊਜ਼ ਇਹ ਹੈ ਕਿ ਬਾਬਾ ਜੀ ਨੇ ਅੱਜ ਲਖਨਊ ਵਿੱਚ ਸਤਸੰਗ ਫਰਮਾਇਆ। 1.5 ਘੰਟੇ ਦੇ ਕਰੀਬ ਸਤਸੰਗ ਹੋਇਆ। ਬਾਬਾ ਜੀ 9:30 ਵਜਣ ਤੋਂ ਕੁਝ ਮਿੰਟ ਪਹਿਲਾਂ ਹੀ ਸਟੇਜ ਤੇ ਆ ਗਏ ਸੀ ਤੇ ਬਾਣੀ ਲਈ ਗਈ ਸੀ, ਆਦ ਨਿਰੰਜਨ ਪ੍ਰਭ ਨਿਰੰਕਾਰਾ, ਸਭ ਮੈਂ ਵਰਤੈ ਆਪ ਨਿਰਾਰਾ, ਜੋ ਕਿ ਪੰਜਵੇਂ ਪਾਤਸ਼ਾही गुरु अर्जन देव जी की वाणी है। बाबा जी ने सत्संग के दौरान सबसे ज़्यादा ध्यान नाम की भक्ति के ऊपर रखा और फरमाया कि हमें भक्ति उस एक की करनी है, 2 या 3 की नहीं करनी। मालिक एक है, वो एक परमात्मा जिसकी अंश में से हम सब आए हैं। एक पिता एकस के हम बारक, कि हमने अपने आप को अलग अलग मज़हबों में बांट लिया, अलग अलग धर्मों में बांट लिया, और जो चीज़ बांटी नहीं जा सकती हमने तो उस मालिक को भी बांट लिया। और बाबा जी ने कर्मों के हिसाब किताब के बारे में फरमाया कि कर्मों का कानून अटल है, हम जो करेंगे अच्छा या बुरा उसका हिसाब किताब करने हमें वापस इस दुनिया में आना पड़ेगा। कुछ हिसाब किताब हम जीते जी करेंगे और कुछ अगले जन्मों में। तो इसलिए हमें मुक्ति चाहिए, और कर्मों के हिसाब किताब से हमें मुक्ति सिर्फ नाम ही दे सकता है, सिर्फ शब्द ही दे सकता है। जो मालिक ने ये हमें उत्तम से उत्तम जून बख्शी है, इंसान का जामा, इसका हमें सदुपयोग करना है, इसकी हमें कदर करनी है, इसको व्यर्थ नहीं जाने देना। नाम की भक्ति में लगना है, शब्द की भक्ति में लगना है, और कर्मों का हिसाब किताब ख़त्म करना है। अगर नहीं करेंगे तो हमें इस दुनिया में फिर वापस आना पड़ेगा, इस 84 लाख के जेल खाने में कर्मों का हिसाब किताब भुगताने। दोस्तों, इस वाणी पर बाबा जी क्या कहते हैं आपको इन शॉर्ट बताया जाएगा इस वीडियो में। मेरे माही क्यों चिरलाया। ਪੰਜਵੇਂ ਪਾਤਸ਼ਾਹੀ ਸਾਨੂੰ ਸੰਸਾਰੀ ਜੀਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਹਦੀ ਭਗਤੀ ਕਰਨੀ ਹੈ ਔਰ ਫਿਰ ਭਗਤੀ ਦਾ ਕਿਹੜਾ ਰਸਤਾ ਅਪਣਾਉਣਾ ਹੈ। ਹੁਣ ਠੀਕ ਹੈ, ਪਾਠ ਔਰ ਪੂਜਾ ਆਪਾਂ ਸਾਰੇ ਹੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਮਗਰ ਜਿੰਨਾ ਚਿਰ ਸਾਨੂੰ ਇਹੀ ਨਹੀਂ ਸਮਝ ਕਿ ਭਗਤੀ ਕਿਹਦੀ ਕਰਨੀ ਹੈ ਤੇ ਸਹੀ ਰਸਤਾ ਕਿਹੜਾ ਅਪਣਾਉਣਾ ਹੈ, ਆਪਾਂ ਕਿਵੇਂ ਉਸ ਲਕਸ਼ ਨੂੰ ਹਾਸਲ ਕਰ ਸਕਾਂਗੇ ਔਰ ਆਪਣੇ ਆਪ ਨੂੰ ਉਸ ਸੱਚੇ ਮਾਲਿਕ ਨਾਲ ਜੋੜ ਸਕਾਂਗੇ। ਹੁਣ ਤੁਸੀਂ ਦੇਖੋ ਕਿੰਨੇ ਧਰਮ ਹਨ, ਕਿੰਨੇ ਮਜ਼ਹਬ ਹਨ, ਹਰੇਕ ਨੇ ਆਪਣਾ ਆਪਣਾ ਇਸ਼ਟ ਬਣਾਇਆ ਹੋਇਆ ਹੈ। ਹੁਣ ਅਸੀਂ ਅਲੱਗ-ਅਲੱਗ ਮਜ਼ਹਬਾਂ ਵਿੱਚ ਕਿਵੇਂ ਵੰਡੇ ਗਏ। ਮਹਾਂਪੁਰਖ ਸਾਡੇ ਦਰਮਿਆਨ ਆਏ, ਉਹਨਾਂ ਨੇ ਉਸ ਵਕਤ ਦੀ ਨਜ਼ਾਕਤ ਨੂੰ ਦੇਖਦੇ ਹੋਏ, ਉਸ ਵਕਤ ਦੀ ਲੋੜ ਨੂੰ ਦੇਖਦੇ ਹੋਏ, ਸਾਡੀਆਂ ਕਮਜ਼ੋਰੀਆਂ, ਸਾਡੀਆਂ ਤਾਕਤਾਂ ਨੂੰ ਦੇਖਦੇ ਹੋਏ ਆਪ ਨੇ ਪਹਿਲਾਂ ਚੰਦ ਪਹਿਲੂਆਂ ਉੱਤੇ ਜ਼ਿਆਦਾ ਧਿਆਨ ਦਿੱਤਾ, ਕਿਉਂਕਿ ਉਹ ਸਾਡੀ ਕਮਜ਼ੋਰੀ ਸੀ। ਮਕਸਦ ਕੀ ਸੀ ਕਿ ਆਪਾਂ ਉਹਨਾਂ ਕਮਜ਼ੋਰੀਆਂ ਦੇ ਉੱਤੇ ਕਾਬੂ ਪਾ ਕੇ ਤਾਂ ਹੀ ਅਸੀਂ ਉਸ ਦੇ ਲਾਇਕ ਬਣਾਂਗੇ ਕਿ ਅਸੀਂ ਇਸ ਰੂਹਾਨੀਅਤ ਦੇ ਰਸਤੇ ਉੱਤੇ ਚੱਲ ਸਕੀਏ। ਮਗਰ ਅਸੀਂ ਉਹਨਾਂ ਵਿੱਚ ਹੀ ਫਸੇ ਰਹੇ ਔਰ ਉਹਨਾਂ ਨੂੰ ਹੀ ਲੈ ਕੇ ਇੱਕ ਦੂਜੇ ਦੀ ਪਰਖ ਕੀਤੀ। ਇਸ ਕਰਕੇ ਇਹ ਸੋਚ ਸ਼ੁਰੂ ਹੋ ਗਈ ਕਿ ਹਿੰਦੂਆਂ ਦਾ ਅਲੱਗ ਤਰੀਕਾ ਹੈ, ਮੁਸਲਮਾਨਾਂ ਦਾ ਅਲੱਗ ਤਰੀਕਾ ਹੈ, ਈਸਾਈਆਂ ਦਾ ਅਲੱਗ ਹੈ। ਅਲੱਗ ਸਾਡੀ ਸੋਚ ਹੈ। ਤੁਸੀਂ ਦੇਖੋ, ਆਪਾਂ ਬੱਚੇ ਨੂੰ ਸਕੂਲ ਪਾਉਂਦੇ ਹਾਂ, ਬੱਚਾ ਅਗਰ ਕਿਸੇ ਸਬਜੈਕਟ ਵਿੱਚ ਕਮਜ਼ੋਰ ਹੈ ਤਾਂ ਮਾਂ-ਬਾਪ ਉਸ ਸਬਜੈਕਟ ਦੀ ਉਹਦੇ ਵਾਸਤੇ ਟਿਊਸ਼ਨ ਰੱਖ ਦਿੰਦੇ ਹਨ। ਹੁਣ ਬੱਚਾ ਕਵੇ ਕਿ ਸਾਰੇ ਇਸ ਸਬਜੈਕਟ ਉੱਤੇ ਜ਼ੋਰ ਦੇ ਰਹੇ ਹਨ, ਹੁਣ ਮੈਂ ਇਸ ਸਬਜੈਕਟ ਉੱਤੇ ਹੀ ਧਿਆਨ ਦੇਣਾ ਹੈ, ਔਰ ਬਾਕੀ ਸਾਰੀਆਂ ਚੀਜ਼ਾਂ ਨੂੰ ਨਾ ਪੜ੍ਹੇ, ਉਹ ਕਦੇ ਵੀ ਪਾਸ ਨਹੀਂ ਹੋ ਸਕਦਾ। ਉਹਦੇ ਉੱਤੇ ਜ਼ੋਰ ਦਿੱਤਾ ਗਿਆ ਕਿਉਂਕਿ ਉਹ ਉਹਦੀ ਕਮਜ਼ੋਰੀ ਸੀ, ਕਿ ਉਹ ਉਸ ਕਮਜ਼ੋਰੀ ਉੱਤੇ ਕਾਬੂ ਪਾ ਕੇ ਆਪਣੇ ਆਪ ਨੂੰ ਉਸ ਲਾਇਕ ਬਣਾ ਸਕੇ ਕਿ ਸਾਰੇ ਸਬਜੈਕਟਸ ਨੂੰ ਪੜ੍ਹਦੇ ਹੋਏ ਉਹਨਾਂ ਵਿੱਚੋਂ ਪਾਸ ਹੋ ਸਕੇ। ਹੁਣ ਦੇਖੋ, ਆਪਣੇ ਹਰੇਕ ਦੇਸ਼ ਦੀ ਅਲੱਗ-ਅਲੱਗ ਸੱਭਿਅਤਾ ਹੈ, ਅਲੱਗ-ਅਲੱਗ ਸੋਚ ਹੈ, ਅਲੱਗ-ਅਲੱਗ ਰਹਿਣੀ ਹੈ। ਇਸ ਕਰਕੇ ਅਸੀਂ ਇਹਨਾਂ ਦੇ ਦਾਇਰਿਆਂ ਵਿੱਚ ਫਸ ਕੇ ਅਸੀਂ ਆਹਿਸਤਾ-ਆਹਿਸਤਾ ਬਾਹਰਮੁਖੀ ਸਾਧਨਾ ਵਿੱਚ ਫਸ ਗਏ ਔਰ ਮਾਲਿਕ ਤੋਂ ਦੂਰ ਹੁੰਦੇ ਗਏ। ਮਹਾਂਪੁਰਖ ਸਾਡੇ ਦਰਮਿਆਨ ਆਏ, ਉਸ ਵਕਤ ਦੀ ਲੋੜ ਨੂੰ ਦੇਖਦੇ ਹੋਏ ਚੰਦ ਪਹਿਲੂਆਂ ਉੱਤੇ ਜ਼ਿਆਦਾ ਜ਼ੋਰ ਦਿੱਤਾ। ਅਸੀਂ ਉਹਨਾਂ ਨੂੰ ਹੀ ਲੈ ਕੇ ਬੈਠੇ ਰਹੇ, ਅਗਲਾ ਕਦਮ ਨਹੀਂ ਚੁੱਕਿਆ। ਹੁਣ ਦੇਖੋ ਕਿੰਨੀਆਂ ਗ੍ਰੰਥ ਪੋਥੀਆਂ ਹਨ, ਕਿੰਨੇ ਮਹਾਂਪੁਰਖ ਸਾਡੇ ਦਰਮਿਆਨ ਆਏ ਹਨ। ਅਸੀਂ ਜੋ ਉਹਨਾਂ ਦੀ ਸਿੱਖਿਆ ਸੀ, ਜੋ ਉਹਨਾਂ ਦੀ ਤਾਲੀਮ ਸੀ, ਉਹਦੇ ਉੱਤੇ ਧਿਆਨ ਨਹੀਂ ਦਿੱਤਾ। ਉਹਨਾਂ ਦੇ ਨਾਲ ਜ਼ਰੂਰ ਅਸੀਂ ਜੁੜ ਕੇ ਬੈਠ ਗਏ ਔਰ ਉਹਨਾਂ ਦੇ ਜਿਸਮਾਂ ਨੂੰ, ਉਹਨਾਂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਮਗਰ ਜੇ ਆਪਾਂ ਕਿਸੇ ਨੂੰ ਮਹਾਂਪੁਰਖ ਕਹਿੰਦੇ ਹਾਂ ਜਾਂ ਸੰਤ ਮਹਾਤਮਾ ਕਹਿੰਦੇ ਹਾਂ ਤਾਂ ਕਾਹਦੇ ਵਾਸਤੇ ਕਹਿੰਦੇ ਹਾਂ? ਕਿਉਂਕਿ ਉਹ ਪਰਮਾਰਥ ਦੇ ਨਾਲ ਜੁੜਿਆ ਹੋਇਆ ਹੈ, ਇੱਕ ਉਦਾਹਰਨ ਬਣ ਕੇ ਆਇਆ ਹੈ ਕਿ ਆਪਣੇ ਉਦਾਹਰਨ ਦੇ ਜ਼ਰੀਏ ਸਾਨੂੰ ਸਮਝਾ ਸਕਣ ਕਿ ਅਸੀਂ ਕਿਹੜੀ ਭਗਤੀ ਕਰਨੀ ਹੈ। ਕੀ ਅੱਜ ਤੱਕ ਕਿਸੇ ਧਰਮ ਜਾਂ ਮਜ਼ਹਬ ਨੇ ਸਾਨੂੰ ਇਹ ਦੱਸਿਆ ਹੈ ਕਿ 2 ਮਾਲਿਕ ਹਨ ਜਾਂ 3 ਮਾਲਿਕ ਹਨ?
ਜਦੋਂ ਸਾਰੇ ਹੀ ਇੱਕ ਨੂੰ ਮੰਨਦੇ ਹਨ ਔਰ ਉਹੀ ਇਸ ਸ੍ਰਿਸ਼ਟੀ ਦਾ ਰਚਨਹਾਰ ਹੈ, ਤੇ ਇਹ ਫਰਕ ਫਿਰ ਸਾਡੇ ਦਰਮਿਆਨ ਕਿਉਂ ਪੈ ਗਏ? ਇਸ ਕਰਕੇ ਆਪਾਂ ਨੇ ਇਹਨਾਂ ਚੀਜ਼ਾਂ ਉੱਤੇ ਧਿਆਨ ਦੇਣਾ ਹੈ। ਅਸੀਂ ਉਹਨਾਂ ਦੀ ਤਾਲੀਮ ਉੱਤੇ ਧਿਆਨ ਦੇਣਾ ਹੈ, ਬਜਾਏ ਇਹਦੇ ਕਿ ਆਪਾਂ ਮਨ ਦੇ ਅਧੀਨ ਹੋ ਕੇ ਬਾਹਰਮੁਖੀ ਸਾਧਨਾ ਨੂੰ ਲੈ ਕੇ ਅਸੀਂ ਸਾਰੀ ਉਮਰ ਗੁਜ਼ਾਰ ਦਿੰਦੇ ਹਾਂ। ਇਸ ਕਰਕੇ ਬਾਣੀ ਵਿੱਚ ਆਪ ਸਾਨੂੰ ਸਮਝਾ ਰਹੇ ਹਨ, ਹਉ ਤਿਸ ਕੀ ਆਸ ਕਰ ਮਨ ਮੇਰੇ, ਜੋ ਸਭ ਕਾ ਸਵਾਮੀ ਰਹਾ ਸਮਾਏ। ਕਿਹਦੀ ਭਗਤੀ ਕਰਨੀ ਹੈ, ਕਿਹਦੇ ਨਾਲ ਆਪਣੇ ਆਪ ਨੂੰ ਜੋੜਨਾ ਹੈ? ਜੋ ਸਭ ਕਾ ਸਵਾਮੀ। ਆਪਨੇ ਇਹ ਨਹੀਂ ਕਿਹਾ ਸਿਰਫ ਇੱਕ ਧਰਮ ਦਾ ਜਾਂ ਇੱਕ ਮਜ਼ਹਬ ਦਾ। ਏਕ ਪਿਤਾ ਏਕਸ ਕੇ ਹਮ ਬਾਰਕ। ਉਹ ਸਾਡਾ ਪਿਤਾ ਹੈ, ਅਸੀਂ ਉਹਦੀ ਸੰਤਾਨ ਹਾਂ। ਹੁਣੇ ਕਿਹਦੇ ਮਨ ਵਿੱਚ ਆ ਸਕਦਾ ਹੈ ਕਿ ਇੱਕ ਪਰਿਵਾਰ ਵਿੱਚ ਜੇ 4-5 ਜਾਣੇ ਹਨ ਤਾਂ ਉਹਨਾਂ ਦੀ ਅਲੱਗ ਤੋਂ ਹਸਤੀ ਹੋ ਸਕਦੀ ਹੈ? ਇਹ ਫਰਕ ਐਸੀ ਬਣਾਏ ਹੋਏ ਹਨ, ਮਾਲਿਕ ਨੇ ਨਹੀਂ ਬਣਾਏ। ਇਸ ਕਰਕੇ ਪੰਜਵੀਂ ਪਾਤਸ਼ਾਹੀ ਸ਼ੁਰੂ ਹੀ ਉੱਥੋਂ ਕਰਦੇ ਹਨ, ਆਦ ਨਿਰੰਜਨ, ਜੋ ਮਾਲਿਕ ਆਦ ਜੁਗਾਤ ਤੋਂ ਚੱਲਦਾ ਆਇਆ ਹੈ। ਹਜੇ ਸ੍ਰਿਸ਼ਟੀ ਵੀ ਨਹੀਂ ਬਣੀ ਸੀ ਜਿਹਦੀ ਉਦੋਂ ਦੀ ਹੋਂਦ ਹੈਗੀ ਆ। ਅੰਜਨ ਮਾਇਆ ਨੂੰ ਕਹਿੰਦੇ ਹਨ, ਨਿਰੰਜਨ ਜੋ ਮਾਇਆ ਤੋਂ ਰਹਿਤ ਹੈ, ਜੋ ਇਸ ਵਕਤ ਦੇ ਦਾਇਰੇ ਵਿੱਚ ਨਹੀਂ, ਉਹਦਾ ਕੋਈ ਰੰਗ ਨਹੀਂ ਹੈ, ਉਹਦਾ ਕੋਈ ਰੂਪ ਨਹੀਂ ਹੈ, ਜੋ ਇਹਨਾਂ ਸਭ ਚੀਜ਼ਾਂ ਤੋਂ ਉੱਤੇ ਹੈ। ਇਸ ਕਰਕੇ ਆਪਨੇ ਫਰਮਾਇਆ, ਜਗ ਜੀਵਨ ਸਾਚਾ ਏਕੋ ਦਾਤਾ। ਇਸ ਜਗ ਨੂੰ ਜੀਵਨ ਦੇਣ ਵਾਲਾ, ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਉਹ ਇੱਕ ਦਾਤਾ ਹੈ। ਮਗਰ ਆਪਾਂ ਅਨੇਕਤਾ ਵਿੱਚ ਫਸ ਗਏ। ਇਸ ਕਰਕੇ ਜਿੰਨਾ ਚਿਰ ਆਪਾਂ ਇਸ ਦਵੈਤ ਦੀ ਭਾਵਨਾ ਨੂੰ ਛੱਡ ਕੇ ਏਕਤਾ ਵਿੱਚ ਕਦਮ ਨਹੀਂ ਰੱਖਾਂਗੇ, ਅਸੀਂ ਇਨਸਾਨ ਦੀ ਫਿਤਰਤ ਹੈ, ਆਸਾਨ ਤੋਂ ਆਸਾਨ ਤਰੀਕਾ ਲੱਭਦਾ ਹੈ। ਆਸਾਨ ਤਰੀਕਾ ਕੀ ਹੈ? ਜੋ ਸਾਡੇ ਸਾਹਮਣੇ ਬੈਠਾ ਹੈ ਉਹਨੂੰ ਮੱਥੇ ਟੇਕਣੇ ਸ਼ੁਰੂ ਕਰ ਦਈਏ, ਉਹਦੇ ਸਾਹਮਣੇ ਨੱਕ ਰਗੜਨਾ ਸ਼ੁਰੂ ਕਰ ਦਈਏ, ਉਹਨੂੰ ਪੁੱਜਣਾ ਸ਼ੁਰੂ ਕਰ ਦਈਏ। ਮਗਰ ਇਹ ਰੂਹਾਨੀਅਤ ਨਹੀਂ ਹੈ, ਕਿਉਂਕਿ ਸਾਨੂੰ ਸਮਝਾਇਆ ਗਿਆ ਹੈ ਅਸੀਂ ਆਪਣੇ ਆਪ ਨੂੰ ਇਸ ਮਾਇਆ ਤੋਂ ਅੱਗੇ ਲਿਜਾ ਕੇ ਉਸ ਇੱਕ ਦੇ ਨਾਲ ਜੋੜਨਾ ਹੈ। ਹੁਣ ਜੋ ਸਰੀਰ ਹੈ ਉਹਦਾ ਆਪਣਾ ਦਾਇਰਾ ਹੈ। ਸਰੀਰ ਸ਼ਮਸ਼ਾਨ ਘਾਟ ਤੋਂ ਅੱਗੇ ਨਹੀਂ ਜਾ ਸਕਦਾ। ਅਸੀਂ ਸਰੀਰਾਂ ਦੀ ਭਗਤੀ ਕਰਾਂਗੇ, ਸਿਰਫ ਉੱਥੇ ਤੱਕ ਆਪਣੇ ਆਪ ਨੂੰ ਸੀਮਿਤ ਰੱਖਾਂਗੇ ਤਾਂ ਭਾਈ ਸਾਡੀ ਹੱਦ ਵੀ ਸਿਰਫ ਸ਼ਮਸ਼ਾਨ ਘਾਟ ਤੱਕ ਹੀ ਬਣੀ ਰਹੂਗੀ। ਇਸ ਕਰਕੇ ਖੁੱਲ੍ਹ ਕੇ ਆਪ ਬਾਣੀ ਵਿੱਚ ਸਮਝਾਉਂਦੇ ਹਨ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਨਾ ਤਾਂ ਸਰੀਰ ਵਿੱਚ ਤਾਕਤ ਹੈ ਕਿ ਇਹ ਗੁਰੂ ਬਣ ਸਕੇ, ਔਰ ਨਾ ਹੀ ਸਰੀਰ ਵਿੱਚ ਤਾਕਤ ਹੈ ਕਿ ਇਹ ਸ਼ਿਸ਼ ਬਣ ਕੇ ਭਗਤੀ ਕਰ ਸਕੇ। ਮਗਰ ਸ਼ੁਰੂਆਤ ਸਰੀਰ ਤੋਂ ਹੋਊਗੀ, ਕਿਉਂਕਿ ਇਸ ਵਕਤ ਸਾਡਾ ਜਿਹੜਾ ਦਾਇਰਾ ਹੈ, ਸਾਡੀ ਜਿਹੜੀ ਸੋਚ ਹੈ ਉਹ ਸਰੀਰਿਕ ਹੈ, ਉਹ ਸਰੀਰ ਤੱਕ ਸੀਮਿਤ ਹੈ। ਇਸ ਕਰਕੇ ਸ਼ੁਰੂਆਤ ਸਰੀਰ ਤੋਂ ਹੁੰਦੀ ਹੈ। ਸਰੀਰ ਨੂੰ ਸਰੀਰ ਸਮਝਾਉਂਦਾ ਹੈ, ਮਗਰ ਸਰੀਰ ਵਿੱਚ ਬੈਠ ਕੇ ਜਦੋਂ ਆਪਾਂ ਆਪਣੀ ਸੂਰਤ ਨੂੰ ਜਾਗਰਤ ਕਰਾਂਗੇ, ਸ਼ਿਸ਼ ਬਣਨ ਦੀ ਤਾਕਤ ਉਸ ਸੂਰਤ ਵਿੱਚ ਹੈ, ਨਾ ਕਿ ਕਿਸੇ ਜਿਸਮ ਵਿੱਚ। ਜਿਸਮ ਤਾਂ ਸਿਰਫ ਤਿਆਰੀ ਵਿੱਚ ਲੱਗਿਆ ਹੈ। ਜਦੋਂ ਆਪਾਂ ਨਾਮ ਲੈ ਕੇ ਆਪਣੀ ਭਜਨ ਬੰਦਗੀ ਕਰਾਂਗੇ, ਆਪਣੀ ਕੌਨਸ਼ੀਅਸਨੈਸ ਨੂੰ, ਸੂਰਤ ਨੂੰ ਜਾਗਰਤ ਕਰਾਂਗੇ, ਤਾਂ ਅਸੀਂ ਉਸ ਦਾਇਰੇ ਵਿੱਚ, ਜਿਹਨੂੰ ਸ਼ਿਸ਼ ਕਹਿੰਦੇ ਹਾਂ, ਡਿਸਾਈਪਲ ਕਹਿੰਦੇ ਹਾਂ, ਤਾਂ ਉਹਦੇ ਵਿੱਚ ਕਦਮ ਰੱਖ ਸਕਾਂਗੇ। ਹਲੇ ਤਾਂ ਅਸੀਂ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ। ਉਹ ਸੂਰਤ ਜਾਗਰਤ ਹੋ ਕੇ ਫਿਰ ਉਹ ਧੁਨ ਨੂੰ ਪਕੜਦੀ ਹੋਈ ਤਾਂ ਜਾ ਕੇ ਇਹਨੂੰ ਸੱਚੇ ਗੁਰੂ ਦੀ ਪਹਿਚਾਣ ਹੁੰਦੀ ਹੈ, ਜੋ ਸ਼ਬਦ ਸਰੂਪੀ ਹੈ। ਇਸ ਕਰਕੇ ਆਪ ਕਹਿੰਦੇ ਹਨ, ਸ਼ਬਦ ਗੁਰੂ, ਸੂਰਤ ਧੁਨ ਚੇਲਾ। ਹੁਣ ਦੇਖੋ ਗ੍ਰੰਥਾਂ ਪੋਥੀਆਂ ਨੂੰ ਠੀਕ ਹੈ ਕਿ ਆਪਾਂ ਪੜ੍ਹਦੇ ਹਾਂ, ਮਗਰ ਤੋਤੇ ਦੀ ਤਰ੍ਹਾਂ ਰੱਟੀ ਜਾਂਦੇ ਹਾਂ, ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਉਹ ਸਾਨੂੰ ਕਿਹੜੀ ਭਗਤੀ ਬਾਰੇ ਸਮਝਾ ਰਹੇ ਹਨ, ਉਹ ਕਿਹੜੇ ਨਾਮ ਬਾਰੇ ਸਮਝਾ ਰਹੇ ਹਨ। ਕਿਉਂਕਿ ਸਾਡਾ ਦਾਇਰਾ ਛੋਟਾ ਹੈ, ਇਸ ਕਰਕੇ ਗ੍ਰੰਥਾਂ ਪੋਥੀਆਂ ਨੂੰ ਪੜ੍ਹ ਕੇ ਅਸੀਂ ਵੀ ਇੱਕ ਬਾਹਰਮੁਖੀ ਜ਼ਰੀਆ ਲੈ ਕੇ ਇਹਨਾਂ ਬਾਹਰਲੇ ਸਾਧਨਾਂ ਵਿੱਚ ਆ ਕੇ ਫਸ ਜਾਂਦੇ ਹਾਂ। ਮਗਰ ਆਪਨੇ ਕੀ ਫਰਮਾਇਆ ਸੀ, ਪੂਜਾ ਕੀਜੈ ਨਾਮ ਧਿਆਏ, ਬਿਨ ਨਾਵੇਂ ਪੂਜ ਨਾ ਹੋਵਈ। ਸੱਚੀ ਪੂਜਾ ਕਿਹੜੀ ਹੈ? ਹੁਣ ਬਾਹਰਲੇ ਜਿਹੜੇ ਸਾਧਨ ਹਨ ਉਹ ਮਾਹੌਲ ਬਣਾਉਣ ਵਾਸਤੇ ਹਨ, ਸਾਡੇ ਧਿਆਨ ਨੂੰ ਇਕਾਗਰ ਕਰਨ ਵਾਸਤੇ ਹਨ। ਮਗਰ ਸੱਚੀ ਭਗਤੀ, ਸੱਚੀ ਪੂਜਾ ਉਹ ਤਾਂ ਸਾਡੀ ਭਜਨ ਔਰ ਬੰਦਗੀ ਹੈ। ਇਸ ਕਰਕੇ ਜਿੰਨਾ ਚਿਰ ਅਸੀਂ ਇਸ ਭਜਨ ਬੰਦਗੀ ਦੇ ਜ਼ਰੀਏ ਉਸ ਇੱਕ ਦੇ ਨਾਲ ਨਹੀਂ ਜੋੜਾਂਗੇ, ਅਸੀਂ ਕਦੇ ਵੀ ਇਸ ਭਵ ਸਾਗਰ ਨੂੰ ਪਾਰ ਨਹੀਂ ਕਰ ਸਕਾਂਗੇ। ਇਸ ਕਰਕੇ ਆਪ ਕਹਿੰਦੇ ਹਨ, ਸਭ ਮੇਂ ਵਰਤੇ ਆਪ ਨਿਰਾਰਾ। ਹੁਣ ਇਹ ਵੀ ਸਾਡੇ ਵਾਸਤੇ ਬੜੀ ਹੈਰਾਨੀ ਦੀ ਚੀਜ਼ ਹੈ ਕਿ ਇੱਕ ਪਾਸੇ ਤਾਂ ਉਹ ਕਹਿੰਦੇ ਹਨ ਸਭ ਮੇਂ ਵਰਤੇ, ਕਿ ਸਾਡੇ ਸਾਰਿਆਂ ਦੇ ਅੰਦਰ ਹੈ। ਆਪਨੇ ਇਹ ਨਹੀਂ ਕਿਹਾ ਕਿ ਇੱਕ ਮਜ਼ਹਬ ਜਾਂ ਸਿਰਫ ਇੱਕ ਜ਼ਾਤ ਵਾਲਿਆਂ ਦੇ ਅੰਦਰ ਹੈ। ਸਭ ਮੇਂ ਵਰਤੇ, ਮਗਰ ਫਿਰ ਵੀ ਸਾਡੇ ਸਾਰਿਆਂ ਤੋਂ ਅਲੱਗ ਹੈ। ਅਲੱਗ ਕਿਵੇਂ ਹੈ? ਹੁਣ ਦੇਖੋ, ਆਪਾਂ ਸਾਰੇ ਬਾਹਰ ਖੜੇ ਹੋ ਕੇ ਸੂਰਜ ਨੂੰ ਦੇਖਦੇ ਹਾਂ, ਸਾਨੂੰ ਇੱਕ ਅੱਗ ਦਾ ਗੋਲਾ ਦਿਖਾਈ ਦਿੰਦਾ ਹੈ। ਜ਼ਮੀਨ ਨੂੰ ਦੇਖਦੇ ਹਾਂ, ਸਾਨੂੰ ਹਜ਼ਾਰਾਂ ਕਰੋੜਾਂ ਕਿਰਨਾਂ ਦਿਖਾਈ ਦਿੰਦੀਆਂ ਹਨ। ਹੁਣ ਸੱਚ ਕੀ ਹੈ?
ਸੱਚ ਤਾਂ ਇਹ ਹੈ ਕਿ ਸੂਰਜ ਕਿਰਨ ਤੋਂ ਬਗੈਰ ਰਹਿ ਸਕਦਾ ਹੈ, ਮਗਰ ਕਿਰਨ ਸੂਰਜ ਤੋਂ ਬਗੈਰ ਨਹੀਂ ਰਹਿ ਸਕਦੀ। ਕਿਰਨ ਦੀ ਜਿਹੜੀ ਹਸਤੀ ਹੈ ਉਹ ਤਾਂ ਸੂਰਜ ਦੇ ਨਾਲ ਜੁੜੀ ਹੋਈ ਹੈ। ਹੁਣ ਨਿਚਲੀ ਅਵਸਥਾ ਵਿੱਚ ਅਸੀਂ ਆਪਣੇ ਆਪ ਨੂੰ ਉਸ ਮਾਲਿਕ ਤੋਂ ਅਲੱਗ ਸਮਝਦੇ ਹਾਂ। ਹਰੇਕ ਨੇ ਆਪਣੀ ਆਪਣੀ ਹਸਤੀ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ, ਮਗਰ ਜਿਵੇਂ ਜਿਵੇਂ ਅਸੀਂ ਭਗਤੀ ਕਰਦੇ ਹਾਂ, ਜਿਵੇਂ ਜਿਵੇਂ ਸਾਡਾ ਖਿਆਲ ਉੱਪਰ ਦੀ ਤਰਫ ਜਾਂਦਾ ਹੈ, ਆਹਿਸਤਾ ਆਹਿਸਤਾ ਸਾਨੂੰ ਵੀ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਜਿਹੜੀ ਕਿਰਨ ਹੈ, ਇਹ ਅਸੀਂ ਜਿਹੜੀ ਅਲੱਗ ਤੋਂ ਹਸਤੀ ਸਮਝਦੇ ਹਾਂ, ਇਹ ਸੂਰਜ ਤੋਂ ਬਗੈਰ ਨਹੀਂ ਕਾਇਮ ਰਹਿ ਸਕਦੀ। ਅੰਤ ਵਿੱਚ ਤਾਂ ਕਿਰਨ ਨੇ ਜਾ ਕੇ ਸੂਰਜ ਵਿੱਚ ਸਮਾ ਜਾਣਾ ਹੈ। ਸਾਰਾ ਕੁਝ ਹੀ ਉਸ ਇੱਕ ਦੇ ਉੱਤੇ ਨਿਰਭਰ ਹੈ। ਅਸੀਂ ਥੋੜੀ ਜਿਹੀ ਦੇਰ ਵਾਸਤੇ, ਬਾਣੀ ਵਿੱਚ ਆਪਨੇ ਕਿਹਾ ਸੀ, ਜਿਉਂ ਜਲ ਤਰੰਗ ਉਠੇ ਬਹੁ ਭਾਤੀ, ਫਿਰ ਸਲਲੇ ਸਲਲ ਸਮਾਏਂਦਾ। ਕਰਮਾਂ ਦੀ ਲਹਿਰ ਉੱਠੀ, ਕੋਈ ਮਾਂ ਬਣ ਗਈ, ਕੋਈ ਬਾਪ, ਕੋਈ ਬੇਟੀ, ਕੋਈ ਬੇਟਾ। ਮਗਰ ਜਦੋਂ ਅਸੀਂ ਇਸ ਵਕਤ ਦੇ ਦਾਇਰੇ ਤੋਂ ਨਿਕਲਣਾ ਹੈ, ਉਸ ਲਹਿਰ ਨੇ ਫਿਰ ਸਮੁੰਦਰ ਦੇ ਵਿੱਚ ਜਾ ਕੇ ਸਮਾ ਜਾਣਾ ਹੈ। ਅਸਲ ਵਿੱਚ ਉਸ ਲਹਿਰ ਦਾ ਤੇ ਸਮੁੰਦਰ ਦਾ ਕੋਈ ਵੀ ਫਰਕ ਨਹੀਂ ਸੀ। ਇਹ ਤਾਂ ਥੋੜੀ ਦੇਰ ਵਾਸਤੇ ਸਾਨੂੰ ਇਸ ਤਰ੍ਹਾਂ ਦਿਖਾਈ ਦਿੱਤਾ। ਇਸ ਕਰਕੇ ਅਸੀਂ ਉਸ ਸੱਚ ਦੀ ਪਹਿਚਾਨ, ਆਪਣੇ ਅਸਲ ਦੀ ਪਹਿਚਾਨ ਵਿੱਚ ਲੱਗਣਾ ਹੈ, ਤਾਂ ਹੀ ਅਸੀਂ ਇਸ ਸੱਚੀ ਭਗਤੀ ਨੂੰ ਨਿਭਾਉਣ ਦੇ ਕਾਬਿਲ ਬਣਾਂਗੇ। ਅੱਗੇ ਦੋਸਤੋ, ਬਾਬਾ ਜੀ ਨੇ ਬੜੇ ਹੀ ਪਿਆਰ ਨਾਲ ਸਮਝਾਇਆ ਕਿ ਹੁਣ ਦੇਖੋ, ਉਹਦੇ ਹੁਕਮ ਨਾਲ ਇਹ ਸ੍ਰਿਸ਼ਟੀ ਬਣੀ ਹੈ, ਔਰ ਜੇ ਉਹਦਾ ਕੋਈ ਧਰਮ ਨਹੀਂ ਹੈ, ਉਹਦੀ ਕੋਈ ਜਾਤ ਨਹੀਂ ਹੈ, ਤਾਂ ਫਿਰ ਸਾਡਾ ਕਿਹੜਾ ਧਰਮ ਹੋ ਸਕਦਾ ਹੈ, ਸਾਡੀ ਕਿਹੜੀ ਜਾਤ ਹੋ ਸਕਦੀ ਹੈ। ਅਸੀਂ ਕਦੇ ਵੀ ਧਿਆਨ ਨਹੀਂ ਦਿੰਦੇ ਕਿ ਜੋ ਕੁਦਰਤ ਦੀ ਚੀਜ਼ਾਂ ਹਨ, ਉਹਨਾਂ ਨੇ ਤਾਂ ਕਦੇ ਫਰਕ ਨਹੀਂ ਬਣਾਇਆ। ਫਰਕ ਸਿਰਫ ਇਨਸਾਨ ਕਰਦਾ ਹੈ। ਮਾਲਿਕ ਨੇ ਇਹਨੂੰ ਵਿਵੇਕ ਦੀ ਤਾਕਤ ਦਿੱਤੀ। ਉਹ ਵਿਵੇਕ ਤੋਂ ਚੰਗਾ ਤੇ ਬੁਰਾ ਪਹਿਚਾਨਣ ਦੇ ਸਿਵਾਏ ਇਹਨੇ ਆਪਣੇ ਆਪ ਨੂੰ ਵੰਡਣਾ ਸ਼ੁਰੂ ਕਰ ਦਿੱਤਾ। ਸਹੀ ਤੇ ਗਲਤ ਨੂੰ ਪਹਿਚਾਨਣ ਦੇ ਵਿੱਚ ਇਹਨੇ ਕਦੇ ਵੀ ਆਪਣਾ ਖਿਆਲ ਨਹੀਂ ਲਗਾਇਆ। ਹੁਣ ਤੁਸੀਂ ਦੱਸੋ, ਜੇ ਸੂਰਜ ਦਾ ਕੋਈ ਧਰਮ ਨਹੀਂ ਹੈ, ਉਹਦੀ ਕੋਈ ਜਾਤ ਨਹੀਂ ਹੈ, ਕੀ ਇੱਕ ਮਾਮੂਲੀ ਕਿਰਨ ਦੀ ਅਲੱਗ ਤੋਂ ਜਾਤ ਹੋ ਸਕਦੀ ਹੈ? ਉਹਦਾ ਅਲੱਗ ਤੋਂ ਧਰਮ ਹੋ ਸਕਦਾ ਹੈ? ਜੇ ਸਮੁੰਦਰ ਦੀ ਕੋਈ ਜਾਤ ਨਹੀਂ ਹੈ, ਉਹਦਾ ਧਰਮ ਨਹੀਂ ਹੈ, ਇੱਕ ਮਾਮੂਲੀ ਬੂੰਦ ਦੀ ਕਿਹੜੀ ਜਾਤ ਹੋ ਸਕਦੀ ਹੈ? ਉਹਦਾ ਕਿਹੜਾ ਧਰਮ ਹੋ ਸਕਦਾ ਹੈ? ਮਾਲਿਕ ਨੇ ਤਾਂ ਇਨਸਾਨ ਨੂੰ ਬਣਾਇਆ ਸੀ। ਇਨਸਾਨ ਨੇ ਆਪਣੇ ਮਾਰਗ ਦਰਸ਼ਨ ਵਾਸਤੇ ਇਹ ਅਲੱਗ-ਅਲੱਗ ਆਪਣੇ ਵਾਸਤੇ ਮਜ਼ਹਬ ਬਣਾ ਦਿੱਤੇ। ਮਗਰ ਹਰੇਕ ਮਜ਼ਹਬ ਦਾ ਲਕਸ਼ ਕੀ ਹੈ? ਮਾਲਕ ਦੀ ਪ੍ਰਾਪਤੀ। ਕੋਈ ਮਜ਼ਹਬ ਲੈ ਲਓ, ਉਹਨਾਂ ਨੇ ਸਾਨੂੰ ਕੋਈ ਅਲੱਗ-ਅਲੱਗ ਚੀਜ਼ਾਂ ਤਾਂ ਨਹੀਂ ਸਮਝਾਈਆਂ। ਸੋ ਇਸ ਕਰਕੇ ਆਪਾਂ ਧਿਆਨ ਦੇਣਾ ਹੈ, ਸਾਡਾ ਔਰ ਮਾਲਿਕ ਦਾ ਰਿਸ਼ਤਾ ਕੀ ਹੈ। ਕਬੀਰ ਸਾਹਿਬ ਨੇ ਕਿਹਾ ਸੀ, ਕਹਿ ਕਬੀਰ ਇਹ ਰਾਮ ਕੀ ਅੰਸ਼। ਇਹ ਉਸ ਮਾਲਿਕ ਦੀ, ਰਾਮ ਜਿਹੜਾ ਸਾਡੇ ਸਾਰਿਆਂ ਵਿੱਚ ਰਮ ਰਿਹਾ ਹੈ, ਇਹ ਉਹਦੀ ਅੰਸ਼ ਹੈ। ਔਰ ਗੋਸਵਾਮੀ ਜੀ ਕਹਿੰਦੇ ਹਨ, ਈਸ਼ਵਰ ਅੰਸ਼ ਜੀਵ ਅਬਿਨਾਸ਼ੀ। ਇਹ ਉਸ ਈਸ਼ਵਰ ਦੀ ਅੰਸ਼ ਵਿੱਚੋਂ ਆਪਾਂ ਆਏ ਹਾਂ, ਉਹ ਸਾਡਾ ਪਿਤਾ ਹੈ। ਔਰ ਬਾਣੀ ਵਿੱਚ ਤਾਂ ਇੱਥੋਂ ਤੱਕ ਆਪਨੇ ਸਾਡਾ ਸੰਬੰਧ ਜੋੜ ਦਿੱਤਾ, ਆਤਮ ਮੇਂ ਰਾਮ, ਰਾਮ ਮੇਂ ਆਤਮ, ਚੀਨਸ ਗੁਰ ਵਿਚਾਰਾ। ਕਿ ਆਤਮਾ ਵਿੱਚ ਪਰਮਾਤਮਾ ਹੈ, ਪਰਮਾਤਮਾ ਵਿੱਚ ਆਤਮਾ ਹੈ, ਮਗਰ ਇਸ ਭੇਤ ਨੂੰ ਕੋਈ ਵਿਰਲਾ ਹੀ ਪਹਿਚਾਨ ਪਾਇਆ ਹੈ। ਇਹ ਜਿਹੜਾ ਆਪਾਂ ਲਫ਼ਜ਼ ਇਸਤੇਮਾਲ ਕਰਦੇ ਹਾਂ ਪਰਮਾਤਮਾ, ਇਹ ਹੈਗਾ ਪਰਮ ਆਤਮਾ, ਉਹ ਪਹਿਲੀ ਆਤਮਾ ਜਿਹਦੇ ਵਿੱਚੋਂ ਅਸੀਂ ਸਾਰੇ ਆਏ ਹਾਂ, ਔਰ ਇੱਕ ਦਿਨ ਵਾਪਸ ਉਸੇ ਵਿੱਚ ਹੀ ਜਾ ਕੇ ਸਮਾਣਾ ਹੈ। ਔਰ ਬਾਣੀ ਵਿੱਚ ਗੁਰੂ ਸਾਹਿਬਾਨ ਨੇ ਕਿਹਾ ਸੀ, ਜਿਸਕਾ ਭਰਮ ਉੱਠ ਗਿਆ ਸਭ ਬੁਰਕਾ, ਤਹਿ ਆਗੇ ਹਿੰਦੂ ਕਿਆ ਤੁਰਕਾ। ਜਿਹਨੇ ਆਪਣੀ ਸੋਚ, ਜਿਹਨੇ ਆਪਣੀ ਅਵਸਥਾ ਉਹ ਉੱਤੇ ਦੀ ਤਰਫ ਲੈ ਗਿਆ, ਉਹਦੇ ਸਾਹਮਣੇ ਤਾਂ ਸਾਰੇ ਮਾਲਿਕ ਦੇ ਬੰਦੇ ਹਨ। ਉਹ ਪਰਖ ਨਹੀਂ ਕਰਦਾ ਕਿ ਇਹ ਹਿੰਦੂ ਹੈ ਜਾਂ ਇਹ ਮੁਸਲਮਾਨ ਹੈ ਜਾਂ ਸਿੱਖ ਹੈ ਜਾਂ ਈਸਾਈ ਹੈ। ਉਹਦੇ ਵਾਸਤੇ ਇਨਸਾਨੀਅਤ ਮਾਇਨੇ ਰੱਖਦੀ ਹੈ। ਉਹਦੇ ਵਾਸਤੇ ਮਾਲਿਕ ਦਾ ਇਨਸਾਨ ਹੈ, ਮਾਲਿਕ ਦਾ ਬੰਦਾ ਹੈ, ਉਹ ਜ਼ਰੂਰੀ ਹੈ। ਇਸ ਕਰਕੇ ਸਮਝਾਉਂਦੇ ਹਨ, ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ, ਸੱਚ ਰਤੇ ਸੇ ਉਬਰੇ ਦੁਖੀਏ ਦੂਜੇ ਭਾਏ। ਲੇਖੇ ਦੀ ਘੜੀ ਆਊਗੀ ਕਿ ਕਿਸੇ ਨੇ ਸਾਡੇ ਧਰਮ ਔਰ ਮਜ਼ਹਬ ਪੁੱਛਣੇ ਹਨ, ਜਾਂ ਜਾਤ ਪਾਤ ਨੂੰ ਦੇਖਣਾ ਹੈ, ਜਾਂ ਰੰਗ ਰੂਪ ਨੂੰ ਦੇਖਣਾ ਹੈ। ਉੱਥੇ ਤਾਂ ਸਾਡੀ ਕਰਨੀ ਦੇਖੀ ਜਾਊਗੀ, ਸਾਡੇ ਕਰਮ ਦੇਖੇ ਜਾਣਗੇ। ਇਸ ਕਰਕੇ ਕਹਿੰਦੇ ਹਨ, ਜਾਤ ਜਨਮ ਨਾ ਪੁੱਛੀਏ, ਸੱਚ ਘਰ ਲੇਹ ਬਤਾਏ, ਸਾ ਜਾਤ ਸਾ ਬੱਤ ਹੈ, ਜੋ ਕਰਮ ਕਮਾਏ। ਔਰ ਬੁੱਲੇ ਸ਼ਾਹ ਨੇ ਵੀ ਇਹੀ ਕਿਹਾ ਸੀ ਨਾ, ਅਮਲਾ ਉੱਤੇ ਹੋਣ ਨਵੇੜੇ ਖੜੀ ਰਹਿਣਗੀਆਂ ਜਾਤਾਂ। ਸੋ ਸਾਡੇ ਅਮਲ, ਸਾਡੀ ਕਰਨੀ ਦੇਖੀ ਜਾਊਗੀ। ਇਹ ਫਰਕ ਐਸੀ ਬਣਾਏ ਹੋਏ ਹਨ ਭਾਈ। ਇਹਨਾਂ ਦਾ ਜੋ ਤਾਲੁਕ ਸੀ ਉਹ ਕੰਮਕਾਜ ਦੇ ਨਾਲ ਸੀ। ਪਹਿਲੇ ਜ਼ਮਾਨਿਆਂ ਵਿੱਚ ਸਕੂਲ ਕਾਲਜ ਤਾਂ ਹੁੰਦੇ ਨਹੀਂ ਸੀਗੇ। ਪੰਡਤ ਦਾ ਬੇਟਾ ਪੰਡਤ ਬਣ ਜਾਂਦਾ ਸੀ, ਰਾਜੇ ਦਾ ਬੇਟਾ ਰਾਜਾ ਬਣ ਜਾਂਦਾ ਸੀ, ਦੁਕਾਨਦਾਰ ਦਾ ਬੇਟਾ ਦੁਕਾਨਦਾਰ ਬਣ ਜਾਂਦਾ ਸੀ, ਕਿਸਾਨ ਦਾ ਬੇਟਾ ਕਿਸਾਨ ਬਣ ਜਾਂਦਾ ਸੀ। ਔਰ ਬਾਣੀ ਵਿੱਚ ਤਾਂ ਇੰਨਾ ਖੁੱਲ੍ਹ ਕੇ ਕਹਿੰਦੇ ਹਨ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨੋਂ ਕੋ ਸਾਂਝਾ। ਆਪਨੇ ਤਾਂ ਕਦੇ ਫਰਕ ਨਹੀਂ ਦੇਖਿਆ ਕਿ ਜਿਹੜਾ ਸਾਹਮਣੇ ਜਿਗਿਆਸੂ ਬੈਠਾ ਹੈ,
ਉਹਦਾ ਕਿਹੜਾ ਮਜ਼ਹਬ ਹੈ ਜਾਂ ਉਹਦੀ ਕਿਹੜੀ ਜਾਤ ਹੈ, ਤਾਂ ਫਿਰ ਕੀ ਇਹ ਸਾਨੂੰ ਹੱਕ ਮਿਲਿਆ ਹੈ ਕਿ ਅਸੀਂ ਇਹਨਾਂ ਚੀਜ਼ਾਂ ਦੀ ਪਹਿਚਾਣ ਵਿੱਚ ਲੱਗੀਏ? ਸਾਨੂੰ ਇਨਸਾਨ ਦੀ ਇਨਸਾਨੀਅਤ ਨੂੰ ਦੇਖਣਾ ਚਾਹੀਦਾ ਹੈ, ਨਾ ਕਿ ਜਿਹੜੇ ਆਪਾਂ ਇਹ ਫਰਕ ਬਣਾਏ ਹੋਏ ਹਨ। ਇਸ ਕਰਕੇ ਮਹਾਂਪੁਰਖਾਂ ਨੇ ਆ ਕੇ ਹਰ ਵਕਤ ਇਹਨਾਂ ਦੀਵਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਮਗਰ ਥੋੜ੍ਹੀ ਦੇਰ ਵਾਸਤੇ ਅਸੀਂ ਉਹਨਾਂ ਦੇ ਨਾਲ ਚੱਲਦੇ ਹਾਂ, ਉਹਨਾਂ ਦੇ ਜਾਣ ਦੀ ਦੇਰ ਨਹੀਂ ਹੁੰਦੀ, ਅਸੀਂ ਫੇਰ ਇਹ ਫਰਕ ਬਣਾ ਕੇ ਬੈਠ ਜਾਂਦੇ ਹਾਂ ਕਿ ਅਸੀਂ ਇਸ ਵਕਤ ਸਾਰੇ ਹੀ ਖੋਜੀ ਹਾਂ। ਜਿੱਦਣ ਅਸੀਂ ਉਹ ਮੁਕਾਮ ਹਾਸਿਲ ਕਰ ਲਵਾਂਗੇ, ਫਿਰ ਅਸੀਂ ਉਸ ਮਾਲਿਕ ਕੋਲ ਬੈਠੇ ਹੋਵਾਂਗੇ, ਇੱਥੇ ਨਹੀਂ ਬੈਠੇ ਹੋਵਾਂਗੇ। ਔਰ ਜੇ ਹੱਲੇ ਵੀ ਇੱਥੇ ਬੈਠੇ ਹਾਂ, ਇਹਦਾ ਮਤਲਬ ਅਸੀਂ ਵੀ ਅਜੇ ਖੋਜ ਵਿੱਚ ਲੱਗੇ ਹੋਏ ਹਾਂ। ਅਜੇ ਸਾਨੂੰ ਉਸ ਸੱਚ ਦਾ ਅਹਿਸਾਸ ਨਹੀਂ ਹੋਇਆ। ਜਿੱਦਣ ਹੋਊਗਾ ਉਦਣ ਜੀਵਨ ਵੀ ਖਤਮ ਹੋ ਜਾਊਗਾ। ਇਸ ਕਰਕੇ ਅਸੀਂ ਦੂਜਿਆਂ ਉੱਤੇ ਉਂਗਲੀ ਉਠਾ ਕੇ ਨਾ ਕਹੀਏ ਕਿ ਇਹ ਖੋਜੀ ਹੈ। ਅਸੀਂ ਸਾਰੇ ਹੀ ਉਸ ਅਵਸਥਾ ਵਿੱਚ ਹਾਂ ਕਿ ਪਹਿਲਾਂ ਤਾਂ ਨਾਮ ਨਾ ਦਿੱਤਾ ਜਾਂਦਾ ਹੈ ਨਾ ਲਿੱਤਾ ਜਾਂਦਾ ਹੈ। ਇਹ ਬੋਲਣ ਦਾ ਲਹਿਜ਼ਾ ਹੈ ਕਿ ਜੀ ਅਸੀਂ ਨਾਮ ਲੈਣ ਚੱਲੇ ਹਾਂ, ਅਸੀਂ ਉਹਨਾਂ ਤੋਂ ਨਾਮ ਲਿੱਤਾ ਹੈ। ਇਹ ਬੋਲਣ ਦਾ ਲਹਿਜ਼ਾ ਹੈ। ਉਹ ਜਿਹੜੀ ਨਾਮ ਦੀ ਦੌਲਤ ਹੈ, ਉਹ ਰੂਹਾਨੀਅਤ ਦੀ ਦੌਲਤ ਹੈ, ਉਹ ਮਾਲਿਕ ਨੇ ਸਾਰਿਆਂ ਦੇ ਅੰਦਰ ਰੱਖੀ ਹੈ। ਉਹ ਤਾਂ ਸਾਨੂੰ ਯੁਕਤੀ ਸਮਝਾਉਂਦੇ ਹਨ, ਜਿਹਦੇ ਜ਼ਰੀਏ ਅਸੀਂ ਉਹਦੀ ਪਹਿਚਾਣ ਕਰਨੀ ਹੈ ਔਰ ਆਪਣੇ ਆਪ ਨੂੰ ਜੋੜਨਾ ਹੈ। ਸੋ ਨਾਮ ਲੈ ਕੇ ਤਾਂ ਅਸੀਂ ਆਪਣੀ ਇੱਛਾ ਸਾਹਮਣੇ ਰੱਖ ਰਹੇ ਹਾਂ ਕਿ ਸਾਨੂੰ ਅਹਿਸਾਸ ਹੈ, ਸਾਨੂੰ ਬਦਲਣ ਦੀ ਲੋੜ ਹੈ, ਸਾਨੂੰ ਰੂਹਾਨੀਅਤ ਦੇ ਰਸਤੇ ਦੇ ਉੱਤੇ ਚੱਲਣ ਦੀ ਲੋੜ ਹੈ। ਜਦੋਂ ਉਸ ਰਸਤੇ ਦੇ ਉੱਤੇ ਚੱਲਾਂਗੇ, ਉਸ ਲਕਸ਼ ਦੀ ਤਰਫ ਵਧਾਂਗੇ, ਤਾਂ ਸਾਨੂੰ ਉਸ ਸੱਚ ਦਾ ਅਹਿਸਾਸ ਹੋਊਗਾ। ਇਹਨੂੰ ਕੋਈ ਕਾਰਵਾਈ ਬਣਾ ਕੇ ਨਾ ਛੱਡ ਦਿਓ ਕਿ ਅਸੀਂ ਜੀ ਨਾਮ ਲੈ ਲਿਆ ਔਰ ਬੜੇ ਆਰਾਮ ਦੇ ਨਾਲ ਘਰਾਂ ਵਿੱਚ ਬੈਠੇ ਰਹੇ। ਬਾਰ-ਬਾਰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਮਿਲੂਗਾ ਤਾਂ ਆਪਣੀ ਕਰਨੀ ਦਾ ਮਿਲੂਗਾ। ਇਹ ਗਲਤ ਫਹਿਮੀ 'ਚ ਨਾ ਬੈਠੇ ਰਹੀਏ ਕਿ ਜੀ ਸਾਡੇ ਜੋ ਗੁਰੂ ਹਨ ਉਹ ਬਹੁਤ ਪਹੁੰਚੇ ਹੋਏ ਹਨ, ਤੁਸੀਂ ਜਿੰਨੇ ਮਰਜ਼ੀ ਬਾਬਿਆਂ ਕੋਲ ਚਲੇ ਜਾਓ, ਜਿੰਨੇ ਮਰਜ਼ੀ ਬਾਬਿਆਂ ਨੂੰ ਮੱਥੇ ਟੇਕ ਲਓ, ਮਿਲੂਗਾ ਆਪਣੀ ਕਰਨੀ ਦਾ ਮਿਲੂਗਾ। ਸੋ ਕਾਰਵਾਈ ਨਹੀਂ ਪਾਣੀ, ਆਪਾਂ ਨੇ ਕਰਨੀ ਉੱਤੇ ਧਿਆਨ ਦੇਣਾ ਹੈ। ਉਸ ਲਕਸ਼ ਨੂੰ ਸਾਹਮਣੇ ਰੱਖ ਕੇ ਉਹਦੇ ਤਰਫ ਵਧਣ ਦੀ ਕੋਸ਼ਿਸ਼ ਕਰਨੀ ਹੈ। ਕੋਈ ਨਾ ਹੋ ਨਾ ਜਾਣੇ ਮੇਰਾ, ਕੋਈ ਨਾ ਹੋ ਨਾ ਜਾਣੇ